अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, 80-60 ਮਸ਼ੀਨ ਤੇ ਉਹਦੇ ਮਾਲਕ ਨਾਲ ਗੱਲ ਕਰਨੇ ਆ ਵੀ ਇਹ ਡੀਜ਼ਲ ਦਾ ਖਰਚਾ ਕਿੰਨਾ ਕਰਦੀ ਵੀ ਮਸ਼ੀਨ ਕੈਸੀ ਹੈ ਤੇ ਫੁੱਲ ਡਿਟੇਲ ਲੈਣੇ ਆ ਜਨਾਬ ਤੇ ਕਿੰਨੇ ਟਾਈਮ 'ਚ ਕਿੰਨੀ ਕਟਾਈ ਕਰਦੀ है, 1 किला किन्ने टाइम कट लेंदी है। आओ चलिए गलबात करिए। अस्सलाम वालेकुम उस्ताद जी, की हाल है? भैया ठीक है, थोड़ा ऊंचा बोले है। अल्लाह का शुक्र है। 80-60 अपनी मशीन है जी अपनी है। ते ਤੁਹਾਡਾ ਨਾਂ ਕੀ ਹੈ? मेरा नाम अमजद भट्टू। ਅਮਜਦ ਭੱਟੂ। ਹਾਂਜੀ। ਇੱਥੇ ਸਾਡੇ ਗਵਾੜ ਨਾਲ? हाँ जी वसीरपुर। ਅੱਛਾ ਵਸੀਰਪੁਰ। ਠੀਕ ਹੋ ਗਿਆ। ਤੇ ਕਿੰਨੇ ਅਰਸੇ ਤੋਂ ਮਸ਼ੀਨ ਚਲਾਉਂਦੇ ਪਏ ਜੇ? मैंने होगा ना तकरीबन 9-10 सीजन हो गए। 9-10 ਸੀਜ਼ਨ ਹੋ ਗਏ ਨੇ। ਪਹਿਲੀ ਮਸ਼ੀਨ ਕਿਹੜੀ ਲਈ ਆਈ? पहली है। 80-60 ਲਈ ਆਈ। ਹਾਂਜੀ, ਪਹਿਲੀ। ਜ਼ਬਰਦਸਤ, ਮਤਲਬ ਇਸੇ ਨੂੰ ਚਲਾਉਂਦੇ ਪਏ ਆ हाँ जी ये नहीं चलाई। ਕਿ ਉਦੋਂ ਕਿੰਨੇ ਦੀ ਲਈ ਸੀ? उदो ली सी 40 लाख दी, हुण तो बड़ी महंगी हो गई। ਹੁਣ ਇਸ ਕੰਡੀਸ਼ਨ ਦੇ ਵਿੱਚ ਮੌਜੂਦਾ ਜਿਹੜੀ ਹੁਣ ਚੱਲਦੀ ਪਈ ਇਹ ਕਿੰਨੇ ਦੀ ਹੋਵੇਗੀ? ये आ जाएगी 65-70 दी। 65-70 ਲੱਖ ਦੀ ਆ ਜਾਸੀ। ਕਾਫੀ ਖਰਚਾ ਹੋ ਗਿਆ। ਅੱਛਾ ਮੈਨੂੰ ਪਹਿਲੇ ਦੱਸੋ ਪਿਛਲੇ ਸਾਲ ਕਟਾਈ ਕੀ ਹਿਸਾਬ ਲਈ ਹੈ ਕਣਕ ਦੀ ਆਪਣੀ? पिछले साल हैगी सी 4500 5000 4500 500 5000। ਹੁਣ ਕਟਾਈ ਕੀ ਕਰ ਦਿੱਤੀ ਨੇ? हुण 6500 7000 6500 7000। 6500 7000 ਕਰਨ ਦਾ ਕੀ ਮਕਸਦ ਹੈ ਤੁਹਾਡਾ? ਵੀ ਖਰਚੇ ਪੂਰੇ ਨਹੀਂ ਹੁੰਦੇ? पर ड्राइवर की तनख्वाह लाख रुपया सी पार परार, ऐतकी 2 लाख ड्राइवर है। अच्छा, स्पेयर पार्ट डबल महंगा हो गया। स्पेयर पार्ट भी डबल महंगा हो डीजल भी गया। महंगा डबल हो गया। इस तरह खर्चे नहीं। मतलब पिछली बार डीजल 150 होगा। हाँ जी हुण ऐतकी 300 पूरा हो गया है। 300 रुपया हो ਗਿਆ ਲੀਟਰ ਤੇ ਡਰਾਈਵਰਾਂ ਦੀ ਤਨਖਾਹਾਂ ਵੀ ਡਬਲ ਹੋ हाँ जी ਗਈਆਂ ड्राइवर की तनख्वाह डबल ने। ਤੇ ਆਪਾਂ ਮਤਲਬ ਡਬਲ ਕਰਨ ਦੀ ਬਜਾਏ ਹਾਲੀ ਤੁਹਾਡੇ ਮੁਤਾਬਕ 6500 ਰੁਪਇਆ ਜਾਂ 7000 ਠੀਕ ਹੈ? लेकिन जिम्मेदार होना है। ਅੱਛਾ ਜ਼ਮੀਂਦਾਰ ਹੁੰਦਾ, ਅੱਗੇ ਆ ਜਾ ਥੋੜਾ ਜਿਹਾ। ਜ਼ਮੀਂਦਾਰ ਕੀ ਕਹਿੰਦਾ ਹੈ? जिम्मेदार आता सानू रेट ज्यादा ਅਸੀਂ ਇੰਨੇ ਨਹੀਂ ਦੇ ਸਕਦੇ। ਤੇ ਜ਼ਮੀਂਦਾਰ ਇਹ ਨਹੀਂ ਦੱਸਦਾ ਵੀ ਸਾਨੂੰ ਖਾਦ ਮਹਿੰਗੀ ਮਿਲੀ ਹੈ ਬਲੈਕ ਚ? ਪਤਾ ਹੈ ਸਾਰਾ ਜ਼ਿੰਮੇਦਾਰਾਂ ਨੂੰ ਕਿਹੜੀ ਫਰਕ ਹੈ। ਅੱਛਾ ਤੇ ਜ਼ਮੀਂਦਾਰ ਮਤਲਬ ਵੀ ਖੁਸ਼ ਹੋ ਤਾਂ ਦਿੰਦਾ ਪਿਆ 6500 ਦੀ ਜਾਂ ਰੋ ਤੇ? ਬਸ ਥੋੜੀ ਖੁਸ਼ ਹੋ ਤੇ ਦਿੰਦੇ ਮਜਬੂਰੀ ਤੋਂ? ਮਜਬੂਰੀ ਨਾਲ, ਲੇਕਿਨ ਉਹ ਕਹਿੰਦੇ ਨੇ ਖਰੇ ਜ਼ਿਆਦਾ ਲੈਂਦੇ ਮੇਰੇ ਪੈਸੇ, ਲੇਕਿਨ ਸਾਡੀਆਂ ਵੀ ਮਜਬੂਰੀਆਂ ਨੇ, ਫਿਰ ਸਾਡੇ ਆਪ ਖਰਚੇ ਨਹੀਂ ਪੂਰੇ ਹੁੰਦੇ। ਤੁਹਾਡੀਆਂ ਵੀ ਮਜਬੂਰੀਆਂ ਨੇ, ਕਿਸਾਨਾਂ ਦੀ ਵੀ ਮਜਬੂਰੀ ਹੈ। ਹਾਂਜੀ। ਹੁਣ ਪਰ ਜਿਹੜੀ ਇੱਕ ਬੰਦਾ ਦਾ ਮੇਰੀ 50 ਕਿੱਲਾ ਹੈ, ਹਾਂਜੀ। ਉਹਦਾ ਰੇਟ ਕਿੰਨਾ ਹੈ ਤੇ 4-5 ਕਿੱਲਿਆਂ ਦਾ ਕਿੰਨਾ ਹੈ? ਉਹਦਾ ਕੁਝ ਲੈਸ ਬੰਦਾ ਕਰ ਲੈਂਦਾ, ਕੋਈ 100-200। ਮਤਲਬ ਵੀ ਸਾਡੇ ਮੁਲਕ ਦੀ ਇਹ ਬਦਕਿਸਮਤੀ ਹੈ ਵੀ ਜਿਹੜਾ ਵੀ ਕੋਈ ਤਕੜਾ ਬੰਦਾ ਸੀ ਉਹਨੂੰ ਹੀ ਫਾਇਦਾ ਹੋਣਾ ਹੈ ਵੀ 50 ਕਿੱਲੇ ਵਾਲਾ ਜਾਂ 100 ਕਿੱਲੇ ਜਾਵੇ ਤਾਂ ਅਸੀਂ ਕੋਈ ਥੋੜਾ ਜਿਹਾ ਲੈਸ ਕਰ ਦੇਵੇਂ, ਕੋਈ 100-200 ਬਾਕੀ। ਅੱਛਾ 200 ਰੁਪਏ ਦਾ ਫਾਇਦਾ ਮਤਲਬ ਹੋ ਗਿਆ। ਹਾਂ ਇਕੱਠੀ ਕਟਾਈ ਵਾਲਾ। ਇਕੱਠੀ ਕਟਾਈ ਦਾ। ਅੱਛਾ ਤੇ ਦੂਸਰੇ ਵਾਸਤੇ ਨਹੀਂ। ਅੱਛਾ ਹੋਰ ਦੱਸੋ ਵੀ ਇਹ ਜਿਹੜੀ ਆਪਣੀ ਮਸ਼ੀਨ ਹੈ ਇੱਕ ਦਿਨ 'ਚ ਕਿੰਨੀ ਕੁ ਕਟਾਈ ਕਰ ਲੈਂਦੀ ਹੈ? ਜਿਸ ਤਰੀਕੇ ਹੁਣ ਕਰਦੇ ਪਏ ਕਿੱਲਾ ਨਾ ਇਕੱਠੀ ਤਾਂ ਹੋ ਜਾਵੇ ਹੋਵੇ ਤਾਂ ਫਿਰ 25-30 ਕਿੱਲੇ ਕਰ ਜਾਂਦੀ, 25 ਕਿੱਲੇ ਕਰ ਜਾਂਦੀ ਹੈ। ਅੱਛਾ ਹਾਂ ਟਾਈਮ ਨਾਲ ਚੱਲੇ 30 ਵੀ ਕਰ ਜਾਂਦੀ, ਲੇਕਿਨ ਜੇ ਕਿੱਲੇ ਤੇ ਜ਼ਿਆਦਾ ਜ਼ਿੰਮੇਦਾਰ ਹੈਗੇ ਨੇ ਕਿੱਲੇ ਵਾਲੇ। ਆ ਕਿੱਲਾ ਲਾ ਤੇ ਇੱਥੇ ਦਵਾੜਾ ਲਾ ਦਿਓ, ਉਸ ਤਰ੍ਹਾਂ ਫਿਰ 20 ਕਿੱਲੇ ਮਸਾ ਆਉਂਦੀ। 20 ਕਿੱਲੇ ਮਸਾਂ ਹੁੰਦਾ। ਹੁਣ ਕਿੰਨੇ ਦਿਨ ਹੋ ਗਏ ਨੇ ਆਪਾਂ ਚਲਾਈ ਨੂੰ? ਮੈਨੂੰ ਤਾਂ ਹੋ ਗਿਆ ਨੇ ਇੱਥੇ ਤਾਂ ਨਹੀਂ ਆ ਸੀਜ਼ਨ 'ਚ ਚਲਾਈ ਨੂੰ ਕਿੰਨੇ ਦਿਨ ਹੋ ਗਏ ਨੇ? ਪਹਿਲਾਂ ਅਸੀਂ ਮਰੋਟ ਗਏ ਸਰ ਰੋਈ ਚ। ਅੱਛਾ ਰੋਈ ਵਾਲੇ ਇਲਾਕੇ 'ਚ 15-18 ਦਿਨ ਉੱਥੇ ਲਾ ਕੇ ਆਏ ਹਾਂ। ਉੱਥੇ ਕਿੰਨੇ ਕਿੱਲੇ ਕੱਟੀਏ? ਉੱਥੇ ਕੱਟੀ 250 ਕਿੱਲਾ। 250 ਕਿੱਲਾ। ਉੱਥੇ ਰੇਟ ਕੀ ਲਈ ਆਈ? ਉੱਥੇ ਰੇਟ ਹੈਗਾ ਸੀ 5000। 5000। ਉਹਨਾਂ ਦਾ ਝਾੜ ਕਿੰਨਾ ਕੁ ਨਿਕਲਿਆ? ਉਹਨਾਂ ਦਾ ਝਾੜ ਘਾਟ ਹੈ ਨਾ, ਉਹਨਾਂ ਦੇ 3-4 ਕਿੱਲਿਆਂ 'ਚ ਇੱਕ ਟੈਂਕੀ ਹੁੰਦੀ ਹੈ। ਅੱਛਾ 20-25 ਮਣ ਝਾੜ ਹੈ? 35 ਮਣ 30 ਮਣ 30 ਮਣ 35 ਮਣ ਝਾੜ ਹੈ ਤੇ ਮਾਸ਼ਾਅੱਲਾ 50 ਮਣ ਤੋਂ ਉੱਤੇ ਆ ਜਾਂਦੀ। 50 ਮਣ ਉੱਤੇ ਆ ਜੇ, ਲੇਕਿਨ ਸ਼ੋਰ ਮੁੰਡਾ ਕਹਿੰਦਾ ਵੀ 40 ਕਣਕ ਹੈਗੀ ਹੈ ਤੇ ਜ਼ਿਮੀਂਦਾਰ ਮੋੜ ਵੀ ਰੋਵੇ ਤੇ ਮੁੜ ਸਾਨੂੰ ਨਾ ਕਟਾਈ ਦੇਵੇ ਤੇ ਫਿਰ ਯਾਰ ਕਟਾਈ ਤੁਹਾਨੂੰ ਤਾਂ ਦੇਣੀ ਚਾਹੀਦੀ ਹੈ, ਲੇਕਿਨ ਜਿਹੜਾ ਰੇਟ ਹੈ ਨਾ ਹਾਂਜੀ। ਹੁਣ ਅਜੀ ਗਵਰਨਮੈਂਟ ਦਾ ਕਹਿੰਦੇ ਪਏ ਨੇ ਕਿ ਸੈਂਟਰ ਕੋਈ ਨਹੀਂ ਖੁੱਲਾ, ਪ੍ਰਾਈਵੇਟ ਜਾਂਦਾ ਹੀ ਪਈ ਹੈ, ਜ਼ਖੀਰਾ ਅੰਦੋਜ਼ ਹੀ ਲੈ ਜਾਂਦੇ ਪਏ ਨੇ। ਖੁੱਲਿਆ ਹੋਣਾ ਉਹਦੇ ਖੁੱਲ ਗਿਆ, ਉਧਰ ਖੁੱਲ ਗਿਆ ਹੈ ਸਾਰਾ ਸੈਂਟਰ। ਅੱਛਾ ਅੱਛਾ ਸਹੀ ਹੋ ਗਿਆ। ਲੇਕਿਨ ਜ਼ਮੀਂਦਾਰ ਵਿਚਾਰੇ ਕੀ ਕਰਨ? ਜ਼ਮੀਂਦਾਰ ਕਹਿੰਦਾ ਵੀ ਚਲੋ ਕਿਸੇ ਪਾਸੇ ਸਾਨੂੰ ਕੋਈ 500 ਬਚ ਜਾਵੇ। ਹਾਂਜੀ ਹਾਂਜੀ। ਅਗਰ ਤੁਸੀਂ ਰੇਟ ਜਿੰਨਾ ਲੈਂਦੇ ਪਏ ਹੋ, ਜਿਸ ਤਰੀਕੇ ਤੇਰੇ ਡਰਾਈਵਰ ਕੱਟੀ ਕਟਾਈ ਬਹੁਤ ਮੈਨੂੰ ਪਸੰਦ ਆਈ, ਇਹਦੇ ਵਿੱਚ ਜਾਨ ਨਹੀਂ ਉਹਨੇ ਕੀਤਾ। ਜਾਨ ਮੁੜ ਕੇ ਦੇਵਾਂ। ਅਗਰ ਇੱਕ ਬੰਦਾ ਬਚਾਈ ਰੱਖੇ ਹਾਂਜੀ। ਤੇ ਬਸ ਇੱਕ ਸਾਈਡ ਤੋਂ ਰੇਟ ਵੀ ਜ਼ਿਆਦਾ ਲਵੇ, ਦੂਜੀ ਸਾਈਡ ਤੇ ਜਾਨ ਕਰੇ, ਮੇਰਾ ਖਿਆਲ ਹੈ ਵੀ ਨਹੀਂ ਫਿਰ ਉਵੇਂ ਤਾਂ ਜ਼ਿਮੀਂਦਾਰ ਕਿਸਾਨ ਨਾਲ ਜ਼ੁਲਮ ਹੈ। ਹਾਂ ਜ਼ੁਲਮ ਹੈ, ਨਾਲੇ ਉਹ ਵਾਰਾ ਹੀ ਨਹੀਂ ਖਾਂਦਾ, ਕਿਸਾਨ ਨਹੀਂ ਖਾਂਦਾ, ਵਾਰਾ ਹੀ ਨਹੀਂ ਖਾਂਦਾ। ਠੀਕ ਹੋ ਗਿਆ। ਤੇ ਇੱਥੇ ਆਪਣੇ ਵਾਪਸੀ ਕਦੋਂ ਆਏ ਨੇ? ਕਿੰਨੀ ਤਰੀਕ ਤੋਂ ਸ਼ੁਰੂ ਕੀਤੀ ਹੈ? 4 ਦਿਨ ਹੋ ਗਏ ਨੇ। 4 ਦਿਨ ਹੋ ਗਏ। ਕਿੰਨੇ ਕਿੱਲੇ ਕਰ ਲਈਏ ਇਹ 43 ਟੋਟਲ 4 ਦਿਨਾਂ 'ਚ? ਪੌਣੇ 4 ਦਿਨ, ਇੱਕ ਦਿਨ ਤਾਂ ਰਸਤੇ 'ਚ ਲੱਗ ਗਿਆ ਸੀ ਨਾ। ਅੱਛਾ ਚਲਾ ਕੇ ਲਿਆਂਦੀ? ਆ ਚਲਾ ਕੇ ਲਿਆਂਦੀ, ਇੱਕ ਠੀਕ ਹੈ। ਦਿਨ ਇੱਕ ਰਾਤ ਰਸਤੇ 'ਚ ਲੱਗ ਗਈ। ਬਸ ਤੁਸੀਂ ਉਹਨੂੰ ਲੋਡ ਕਰਕੇ ਲੈ ਆਓ ਤਾਂ ਫਾਇਦਾ ਨਹੀਂ ਆ। ਨਹੀਂ ਉਹ ਫਿਰ ਉਹ ਟਰਾਲੇ ਦਾ ਲੋਡ ਜ਼ਿਆਦਾ ਮਤਲਬ ਪੈਸੇ ਮੰਗਦੇ ਨੇ। ਜ਼ਿਆਦਾ 50,000 ਡੀਜ਼ਲ ਦਾ ਖਰਚਾ ਹੋਇਆ। ਉਹ ਕਿੰਨਾ ਮੰਗਦੇ ਸਨ?
ਉਹ ਪੁੱਛਿਆ ਨਹੀਂ ਦਾ ਲੇਕਿਨ ਪੁੱਛਿਆ ਉਹ ਲੇਕਿਨ ਜ਼ਿਆਦਾ ਲੈ ਉਹ ਜ਼ਿਆਦਾ ਦੋ ਲੈਂਦੇ। ਮਸ਼ੀਨਾਂ ਲੱਦੇ ਨੇ ਨਾ ਅੱਛਾ ਅੱਛਾ, तो ज्यादा पैसे मंगते हैं। ज़्यादा पैसे एक दिन साढ़ा वो लागा था आज तीसरा दिन चलाई हुई है 2 दिन चलाई है 40 किलो कट ली है 40 किलो हाँ माशाल्लाह, ते आज तीसरा दिन है। तीसरा दिन है, ठीक हो गया। ਤੇ ਇੱਕ ਕਿੱਲੇ ਤੇ ਟਾਈਮ ਕਿੰਨਾ ਕੁ ਲੱਗ ਜਾਂਦਾ ਹੈ? किन्ना सही खला हो डिग्गा हो तो टाइम वावा आधा घंटा लग जाता है, ਤੇ ਖੜਾ ਹੋਵੇ ਤਾਂ खला हो तो फिर कोई पहले 5 मिनट ਇਹਦਾ ਕਟਰ ਕਿੰਨੇ ਫੁੱਟ ਹੈ? 13 फुट तक। 13 ਫੁੱਟਾ ਕਟਰ ਹੈਗਾ, ਠੀਕ ਹੋ ਗਿਆ। ਬਹੁਤ ਮਿਹਰਬਾਨੀ ਅਮਜਦ ਭਾਈ। ਹੁਣ ਤੁਹਾਡੀ ਮਸ਼ੀਨ ਦੀ ਥੋੜੀ ਪਰਫਾਰਮੈਂਸ ਵਿਖਾਣੇ ਆ हाँ जी ਤੇ ਫਿਰ ਆਪਣੇ ਵੀਰਾਂ ਨੂੰ ਵਿਖਾਣੇ ਆ ਜਿਹੜੇ ਸਾਡੇ ਆਊਟ ਆਫ ਕੰਟਰੀ 'ਚ ਦੋਸਤ ਬੈਠੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਕਣਕ ਕੀ ਹੁੰਦੀ ਹੈ, ਉਹਨਾਂ ਨੂੰ ਕਣਕ ਵਿਖਾਣੇ ਆ ਤੇ ਨਾਲ ਹੀ ਦਾਣੇ ਵਿਕਦੇ ਲੈਂਦੇ ਵਿਖਾਣੇ ਵੀ ਕਿਸ ਤਰੀਕੇ ਦਾਣੇ ਉਤਰਦੇ ਨੇ। ਤੇ ਬਹੁਤ ਮਿਹਰਬਾਨੀ ਅਮਜਦ ਭਾਈ। ठीक हो जी। ਤੇ ਕਿਸਾਨ ਵੀਰੋ, ਕਿਸਾਨਾਂ ਨੂੰ ਤਾਂ ਪਤਾ ਹੈ, ਬਾਕੀ ਜਿਹੜੇ ਆਊਟ ਆਫ ਕੰਟਰੀ ਹੈਗੇ ਨੇ ਸ਼ਹਿਰੀ ਬਾਬੂ ਉਹਨਾਂ ਨੂੰ ਵਿਖਾਈਏ। ਇਹ ਹੁੰਦੀ ਜੇ ਕਣਕ, ਇਹ ਲੰਮੀ ਹੋਈ ਪਈ ਜੇ ਜਿੱਦਾਂ ਤੁਸੀਂ ਆਟਾ ਖਾਂਦੇ ਨੇ ਜਨਾਬ, ਤੇ ਤੁਹਾਨੂੰ ਵਿਖਾਣੇ ਆ ਚੈੱਕ ਕਰੋ। ਇਹ ਜਾ ਰਿਹਾ ਜੇ ਮਜ਼ਦੂਰ, ਇਹਨੇ ਸਾਈਡਾਂ ਜਿਹੜੀਆਂ ਨੇ ਉਹ ਕੱਟਣੀਆਂ ਹੈਗੀਆਂ ਨੇ ਤੇ ਜਿਸ ਤਰੀਕੇ ਉਹ ਸਾਹਮਣੇ ਲਿਬਰ ਲੱਗੀ ਹੋਈ ਹੱਥ ਨਾਲ ਕਟਾਈ ਵੀ ਕਰਦੇ ਪਏ ਨੇ। ਤੇ ਬਾਕੀ ਬਾਸ ਜਿਹੜੇ ਦੋਸਤ ਹੈਗੇ ਨੇ ਉਹ ਕਹਿੰਦੇ ਹੈਗੇ ਨੇ ਵੀ ਫ੍ਰੀ ਆਟਾ ਮਿਲਦਾ ਪਿਆ ਹੈ। ਤੇ ਇੱਕ ਵਾਰੀ ਫਿਰ ਮੈਂ ਆਪਣੇ ਦੋਸਤਾਂ ਨੂੰ ਰਿਕੁਐਸਟ ਕਰਨਾ, ਫ੍ਰੀ ਆਟੇ ਦੀ ਬਜਾਏ ਖੁਦਾ ਦੇ ਬੰਦਿਓ ਫ੍ਰੀ ਦੇ ਚੱਕਰਾਂ 'ਚ ਨਿਕਲੋ ਤੇ ਮਿਹਨਤ ਕਰੋ। ਮਿਹਨਤ ਆ ਸਾਡੇ ਪਾਸੇ 3.5 ਮਣ ਕਣਕ ਲੈਂਦੇ ਪਏ ਨੇ 1 ਕਿੱਲੇ ਦੀ ਕਟਾਈ ਦੀ, ਫਿਰ ਉਸ ਤੋਂ ਬਾਅਦ 1 ਮਣ ਉਸ ਦੀ ਬਣਾਈ ਤੇ 4.5 ਮਣ ਹੋ ਗਏ, ਅੰਦਾਜ਼ਾ ਲਗਾ ਲਓ 1 ਕਿੱਲੇ ਦੀ। ਫਿਰ ਬਾਕੀ ਜਿਹੜਾ ਹੈ ਤੁਸੀਂ ਮਜ਼ਦੂਰੀ ਕਰੋ ਤਾਂ 20 ਕਿਲੋ ਤੁਹਾਨੂੰ ਇੱਕ ਦਿਹਾੜੀ ਪਵੇਗੀ। ਇੱਕ ਦਿਹਾੜੀ ਕੰਮ ਕਰੋ ਤੇ 20 ਕਿਲੋ ਸਿੱਧੇ ਸਾਵੇਂ 2000 ਦੇ। ਇਹ ਹੁਣ ਕੀ ਕਰਦਾ ਜਾਣਾ ਸਾਈਡਾਂ ਵੇਖ ਲਓ ਵੀ ਇਹਦੇ ਨਾਲ ਜਦੋਂ ਮਸ਼ੀਨ ਆਵੇਗੀ ਇਹ ਸਾਡਾ ਬਣਦਾ ਜਾਂਦਾ ਤੇ ਇਹਦਾ ਇਹ ਫਾਇਦਾ ਹੋਵੇਗਾ ਵੀ ਮਸ਼ੀਨ ਦਾ ਜਿਹੜਾ ਕਟਰ ਹੈ ਉਹ ਆਸਾਨੀ ਨਾਲ ਇੱਕ ਸਾਈਡ ਤੇ ਕਵਰ ਕਰੇਗਾ। ਜਿਹੜਾ ਪੌਦਾ ਉਹਨੂੰ ਮਾਲੂਮ ਹੁੰਦਾ ਉਹਨੂੰ ਦਾਤਰੀ ਨਾਲ ਕੱਟਦਾ ਪਿਆ ਤੇ ਬਾਕੀ ਪੈਰਾਂ ਨਾਲ ਉਹਨੇ ਨਾ ਸਾਈਡ ਤੇ ਕਰ ਦਿੱਤਾ ਤਾਂ ਕਿ ਕਟਰ ਦੇ ਵਿੱਚ ਇਹ ਸਾਰੀ ਕਣਕ ਆ ਜਾਵੇ। ਤੇ ਦਫ਼ਤਰਾਂ ਵਿੱਚ ਬਹਿਣ ਵਾਲੇ ਜਵਾਨੋਂ ਤੇ ਅਸੈਂਬਲੀਆਂ 'ਚ ਬਿੱਲ ਪਾਸ ਕਰਨ ਵਾਲੇ ਜਵਾਨੋਂ, ਮਿਹਨਤ ਜਿੰਨੀ ਕਰਦਾ ਹੈ ਕਿਸਾਨ ਉਹਨਾਂ ਸਾਨੂੰ ਨਹੀਂ ਮਿਲਦਾ ਇਨਾਮ। ਤੇ ਹਾਲਤ ਤੁਹਾਡੇ ਸਾਹਮਣੇ ਕਣਕ ਦੀ ਇਸ ਵਾਰੀ ਕਣਕਾਂ ਪਈਆਂ ਨੇ ਡਿੱਗ, ਜਿਹਦੀ ਵਜ੍ਹਾ ਨਾਲ ਝਾੜ ਤੇ ਪਿਆ ਭੈੜਾ ਅਸਰ। ਦੁਆ ਕਰੋ ਵੀ ਅੱਲਾਹ ਤਾਲਾ ਸਾਡਾ ਜਿਹੜਾ ਨਾ ਝਾੜ ਉਹ ਜ਼ਿਆਦਾ ਕਰੇ। ਲੇਕਿਨ ਜੋ ਸੂਰਤ ਹਾਲ ਨਜ਼ਰ ਆਉਂਦੀ ਪਈ ਹੈ ਉਹ ਬਈ ਆਉਂਦੀ ਪਈ ਹੈ 35-40 ਮਣ। ਤੇ ਦੋਸਤੋ ਸਾਡੇ ਨਾਲ ਜਨਾਬ ਖੇਤ ਦੇ ਮਾਲਕ ਮੌਜੂਦ ਨੇ, ਗੱਲ ਕਰਨੇ ਉਹਨਾਂ ਨਾਲ। अस्सलाम वालेकुम जी, ਕੀ ਹਾਲ ਹੈ ਭਾਈਜਾਨ, ਠੀਕ ਹੋ? ਅੱਛਾ ਮੈਨੂੰ ਇਹ ਸਰ ਦੱਸੋ ਵੀ ਕਟਾਈ ਮਾਸ਼ਾਅੱਲਾ ਹੋ ਰਹੀ ਹੈ ਤੇ ਇੱਕ ਤਾਂ ਰੇਟ ਜਿਹੜਾ ਉਹ 6500 ਲੈਂਦੇ ਪਏ ਨੇ, ਕਣਕਾਂ ਪਈਆਂ ਡਿੱਗ ਤੇ ਝਾੜ ਮੈਨੂੰ ਨਜ਼ਰ ਪਿਆ ਆਉਂਦਾ ਵੀ ਥੋੜਾ ਪੇ ਨਿਕਲਦਾ ਹੈ। ਤੇ ਆਪਣੇ ਸੱਜੇ ਖੱਬੇ ਜਿਹੜੀ ਕਣਕ ਵਿਖੀ ਹੈ ਤੇ ਕੋਈ ਅੰਦਾਜ਼ਾ ਹੈ ਵੀ ਕਿੰਨਾ ਕੁ ਝਾੜ ਨਿਕਲਦਾ ਪਿਆ? ਆਪਾਂ ਜ਼ਿਮੀਦਾਰ ਬੰਦੇ ਜੀ, ਆਪਾਂ ਨੂੰ ਇਹੀ ਪਤਾ ਹੈ ਵੀ ਜਿਹੜੇ ਕਿਸੇ ਦੇ ਨਾਲ ਚਾਹੁੰਦੀ ਹੈ ਹਾਂ ਉਹਦੀ ਸੂਰਤ ਹਾਲ ਇਹ ਹੈ ਵੀ 40 ਮਣ 45 ਮਣ, ਕਿਸੇ ਦਾ 1 ਕਿੱਲਾ ਹੁੰਦਾ, ਕਿਸੇ ਦਾ 2 ਕਿੱਲਾ ਹੁੰਦਾ, ਕਿਸੇ ਜ਼ਿਆਦਾ ਹੁੰਦੀ ਹੈ। ਇਹ ਮੈਕਸਿਮਮ ਜਿਹੜੀ ਐਵਰੇਜ ਆ ਰਹੀ ਹੈ ਆਪਣਾ 35 ਤੋਂ 40, 35-40 ਮਣ ਨਿਕਲਦੀ ਪਈ 35-40 ਐਂਡ ਕਰ ਲਓ 45 45 ਹੋ ਗਏ, ਮਤਲਬ ਪਿਛਲੇ ਸਾਲ ਨਾਲ ਘੱਟ ਹੈ। ਘਾਟ ਹੈਗੀ ਹੈ। ਘੱਟ ਹੈ। ਉਹ ਤੋਂ ਜਿਹੜੀ ਗਵਰਨਮੈਂਟ ਹੈ ਉਹ ਵੱਖਰੀ ਤੋਂ ਨਿਕਲੀ ਹੈਗੀ। ਉਹ ਕੀ ਆਂਦੇ ਨੇ? ਉਹ ਆਂਦੇ 25 ਮਣ ਘਰੀ ਰੱਖੋ, ਉਹ 25 ਮਣ ਤਾਂ ਸਾਡੀ ਆधी ਮਸੇ ਹੁੰਦੀ ਹੈ। ਅੱਛਾ ਮੈਨੂੰ ਇਹ ਪਹਿਲੇ ਦੱਸੋ ਵੀ ਅਗਰ 25 ਮਣ ਕਹਿੰਦੇ ਨੇ ਵੀ ਘਰ ਦਾ ਮਤਲਬ ਵੀ ਇੱਕ ਘਰ ਵਾਲੇ ਅਗਰ 3 ਭਰਾ ਹੈਗੇ ਨੇ ਉਹ ਜਾਂ 4 ਭਰਾ ਹੈਗੇ ਨੇ, ਉਹਨਾਂ ਦੇ 4 ਘਰ ਨੇ, ਉਹ 25 ਚੋਂ 100 ਤੋਂ ਮਣ ਜੈਸੀ ਉਹ ਕਿਸ ਤਰੀਕੇ ਆਖ ਸਕਦੇ ਨੇ ਵੀ 5 ਮਣ ਨਾਲ ਗੁਜ਼ਾਰਾ ਘਰ ਵਾਲਾ ਕਰੇ? ਬਸ ਮੁੜੇ ਵੀ ਗਵਰਨਮੈਂਟ ਜਿਹੜੀ ਹੈ ਮੁੜ ਉਹਨਾਂ ਨੂੰ ਪੱਲੂ ਖਰਚਾ ਦੇਵੇ ਚਾਹੇ ਉਹ ਗਰੀਬ ਹੱਟ ਤੇ ਬਹਿ ਰਹੇ। ਤੇ ਬਾਕੀ ਜਦੋਂ ਅਗਲੀ ਵਾਰ ਫਿਰ ਆਪਾਂ 10-12 ਕਿੱਲੇ ਲਗਾਣੀ ਹੈ ਹਾਂਜੀ ਤੇ ਉਹਦੇ ਵਾਸਤੇ 20 ਫਿਰ ਕਿੱਥੋਂ ਲਓਗੇ? ਇਹ ਹੁਣ ਵੇਖੋ ਨਾ, ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਉਹ ਆਪਣੇ ਵਾਸਤੇ ਕੀ ਹੱਲ ਕੱਢ ਸਕਦੀ। ਸਾਡੇ ਕੋਲ 25 ਮਣ ਸਾਨੂੰ ਰਖਾਵਣੀ ਨਹੀਂ ਤੇ ਫਿਰ ਸਾਨੂੰ ਕੀ ਬਚੇਗਾ? 6 ਮਹੀਨੇ ਵਕਤ ਅਸੀਂ ਕਰ ਤੇ ਉੱਠ ਜਾਣੇ ਤੇ ਗਵਰਨਮੈਂਟ ਸਾਨੂੰ ਕੀ ਦਿੰਦੀ ਕੋਈ? ਅੱਛਾ ਇਵੇਂ ਫਿਰ ਤੁਹਾਨੂੰ ਖਾਦਾਂ ਵੀ ਜਿਹੜੀਆਂ ਨੇ ਇਹ ਬੜੇ ਜਿਸ ਤਰੀਕੇ ਹੁਣ ਹੁਕਮ ਦੇ ਰਹੇ ਨੇ ਵੀ
ਕਣਕ ਦਿਓ ਸਾਨੂੰ 25 ਮਣ ਤੇ ਖਾਦਾਂ ਫਿਰ ਇਸੇ ਤਰੀਕੇ ਦਿੱਤੀਆਂ ਨੇ ਪਿੰਡ 'ਚ ਪੜਾਈਆਂ ਹੀ ਆ ਖੇਤਾਂ 'ਚ ਵੀ ਆ ਜਾਂ ਗਵਰਨਮੈਂਟ ਦਾ ਰੇਟ ਲੈ ਲਓ ਜਾਂ ਉਹ ਤੇ ਧੱਕੇ ਖਾਦੇ ਨੂੰ ਲੱਭੀ ਨਹੀਂ। ਖਾਦ ਦਾ ਰੇਟ ਤਾਂ ਸਰ ਮੇਰਾ ਖਿਆਲ 2200 ਰੁਪਏ ਹੈ, ਜਿਹੜੀ ਆਪਾਂ ਨੂੰ 3500 ਦਿੱਤੀ। ਹੁਣ ਉਹ ਸਾਰੇ ਖਰਚੇ ਖੁਰਚੇ ਪਾ ਤੇ ਮੇਰਾ ਖਿਆਲ ਹੈ ਪਿੱਛੇ ਆਪਾਂ ਤਾਂ ਛੇ ਕੋੜੀ ਬਾਈ ਦੀ ਹੈਗੀ ਕਿ ਆਪਾਂ ਨੂੰ ਅਗਰ 25 ਮਣ ਰੱਖ ਲਓ 25 ਮਣ ਨਾਲ ਤਾਂ ਆਪਣੇ 6 ਮਹੀਨੇ ਲੱਗ ਦੇਗੀ ਤੇ ਆਪਣਾ ਨੌਕਰ ਵੀ ਉਸੀ ਦਾ ਉਹ 25 ਮਣ ਤੋਂ ਉਹਨੇ ਵੀ ਲੈਣੇ ਨੇ 25 ਮਣ ਤੋਂ ਲੈ ਜਾਂਦਾ ਹੈਗਾ। ਬਲਕਿ ਹੁਣ ਤਾਂ ਨੌਕਰੀ 'ਚ 30 ਮਣ ਲੈਂਦੇ ਨੇ। ਹੁਣ ਜਿਹੜੀ ਆਪਾਂ ਫਸਲ ਕਟਾਉਂਦੇ ਮਿਸਾਲ ਥੋੜਾ ਬਹੁਤ ਰਕਬੇ ਦਾ ਮਾਲਕ ਜਿਹੜਾ ਹੈ ਉਹ ਬੰਦਾ ਮੁਲਾਜ਼ਮ ਨੂੰ ਦੇਵੇ ਆਪ ਖਾਵੇ ਤੇ ਗਵਰਨਮੈਂਟ ਨੂੰ ਕੀ ਦੇਵੇ? ਗਵਰਨਮੈਂਟ ਨੂੰ ਕੀ ਦੇਵੇ ਤੇ ਗਵਰਨਮੈਂਟ ਜਿਹੜੀ ਅੱਲਾ ਮਾਫ ਕਰੇ ਉਤੋਂ ਹਰਸ਼ ਜਿਹੜੀ ਹੈਗੀ ਹੈ ਡੀਜ਼ਲ ਹੈ ਪੈਟਰੋਲ ਹੈ ਮੁੱਲ ਦੀ ਵਾਹ ਹੈ ਇਹ ਸਾਰਾ ਸਿਸਟਮ ਇਹ ਸਾਨੂੰ ਪੂਰਾ ਕਰਦੇ ਲੇਖਾ ਕਰਦੇ ਪਹਿਲੇ ਰਸਤੇ ਦਾ ਸਹੀ ਹੈ ਮਤਲਬ ਟੋਟਲ ਕੀ ਬਣਨੀ ਕਿਸਾਨ ਤਾਂ ਫਸਿਆ ਪਿਆ। ਦੇਖ ਲਓ ਉਹਦੀ 6500 ਕਟਾਈ ਹੈਗੀ ਹੈਗਾ ਆਪਾਂ ਇਹਦੇ 6500 ਦਾ ਵੀ ਦੇਣਾ ਹੈ ਉਹ ਹਾਰਵੈਸਟਰ ਨਾਲ ਵੀ ਗੱਲ ਹੋਈ ਹੈ ਮੁਲਾਜ਼ਮਤ ਦੇ ਵੀ ਦੇਣੇ ਉਹ ਕਹਿੰਦਾ ਵੀ ਜਿਹੜਾ ਡਰਾਈਵਰ ਲੱਖ ਲੈਂਦਾ ਸੀ ਹੁਣ ਲੈਂਦਾ ਵੀ 2 ਲੱਖ ਪਿਛਲੀ ਵਾਰੀ 150 ਪੈਟਰੋਲ ਪਾਉਂਦੇ ਪਏ ਹੁਣ 300 ਦੇ ਨੇੜੇ ਹੋ ਗਏ ਸਪੇਅਰ ਪਾਰਟ ਮਹਿੰਗੇ ਹੋ ਗਏ ਨੇ। ਅਗਰ ਗਵਰਨਮੈਂਟ ਇੱਕ ਮੁਲਾਜ਼ਮ ਫਰੀ ਦੇਵੇ ਤੇ ਭਾਵੇਂ ਇਹਦਾ ਰੇਟ ਹੋਰ ਵਧਾ ਦੇਵੇ। ਸਹੀ ਬਾਤ ਹੈ ਥੋੜਾ ਪਤਾ ਹੀ ਕਰ ਸਕਦੇ ਆਪਣਾ ਕੰਮ ਤੇ ਇਹੀ ਹੈ ਕਿ ਆਪਾਂ ਮਿਹਨਤ ਕਰਨੀ ਹੈ ਅੱਲਾਹ ਤਾਲਾ ਰੋਜ਼ੀ ਦੇਣੀ। ਬੇਸ਼ੱਕ ਬੇਸ਼ੱਕ ਤੇ ਕਿਸਾਨ ਵੀਰੋ ਮੇਰਾ ਖਿਆਲ ਹੈ ਜਿੰਨੇ ਵੀ ਕਿਸਾਨ ਹੈਗੇ ਨੇ ਇਹ ਸਾਰਿਆਂ ਦੀ ਸੂਰਤ ਹਾਲ ਇਹ ਹੀ ਹੋਣੀ ਹੈ। ਇਹ ਨਹੀਂ ਹੈਗਾ ਵੀ ਇੱਕ ਜਗ੍ਹਾ ਤੇ ਕਿਸਾਨ ਖੁਸ਼ਹਾਲ ਹੋਣਗੇ ਤੇ ਦੂਜੇ ਪਾਸੇ ਕਿਸਾਨ ਔਖੇ ਹੋਣਗੇ। ਬਾਕੀ ਜਿਹੜਾ ਡਰਾਈਵਰ ਹੈ ਬਹੁਤ ਅੱਛੀ ਕਾਰਕਰਦਗੀ ਵਿਖਾਉਂਦਾ ਪਿਆ ਹੈ। ਜ਼ਬਰਦਸਤ ਕਿਸਾਨ ਵੀਰੋ ਇਹ ਕਣਕ ਹੈ ਤੇ ਜਿਹੜੇ ਪੜ੍ਹੇ ਲਿਖੇ ਬੇਲੀ ਦਫ਼ਤਰਾਂ 'ਚ ਬਹਿਣ ਵਾਲੇ ਨੇ ਜਿਨ੍ਹਾਂ ਕਣਕ ਨਹੀਂ ਵੇਖੀ ਵੱਡੇ ਵੱਡੇ ਸ਼ਹਿਰਾਂ ਵਾਲੇ ਦੋਸਤ ਤੇ ਜਾਂ ਜਿਹੜੇ ਪਾਕਿਸਤਾਨ ਤੋਂ ਬਾਹਰ ਕੰਮ ਕਰਦੇ ਨੇ ਜਿਨ੍ਹਾਂ ਨੂੰ ਕਣਕ ਦਾ ਨਹੀਂ ਪਤਾ ਉਹ ਇਹ ਚੈੱਕ ਕਰ ਲਵਣ। ਇਹਨੂੰ ਗੰਦਮ ਕਹਿੰਦੇ ਨੇ ਤੇ ਅੰਗਰੇਜ਼ੀ 'ਚ ਵੀਟ ਕਹਿੰਦੇ ਨੇ ਤੇ ਇਹਦੇ ਪਿੱਛੇ ਪਾਕਿਸਤਾਨੀ ਜਿਹੜੇ ਨੇ ਦੋਸਤ ਲਾਈਨਾਂ ਬਣਾ ਕੇ ਹਕੂਮਤ ਨੇ ਆਟੇ ਦੀਆਂ ਲਾਈਨਾਂ ਲੰਮੀਆਂ ਲੰਮੀਆਂ ਬਣਾ ਕੇ ਉੱਥੇ ਇਹਨਾਂ ਨੂੰ ਲਾਈਨਾਂ 'ਚ ਲਾ ਛੱਡਿਆ ਹੈ। ਤੇ ਮੈਂ ਫਿਰ ਇੱਕ ਵਾਰੀ ਕਿਸਾਨ ਵੀਰਾਂ ਨੂੰ ਕਹਿਣਾ ਵੀ ਅੱਲਾ ਨੂੰ ਯਾਦ ਕਰਕੇ ਮਿਹਨਤ ਕਰੋ 20 ਕਿਲੋ ਦਿਹਾੜੀ ਮਿਲਦੀ ਪਈ ਜੇ ਤੇ ਕਣਕ ਦੀ ਜਿਹੜੀ ਕਟਾਈ ਕਰੋ ਤੇ ਆਪਣੇ ਆਪ ਨੂੰ ਲਾਈਨਾਂ ਤੋਂ ਬਚਾਓ ਤੇ 6 ਮਹੀਨਿਆਂ ਦਾ ਜਾਂ ਸਾਲ ਦਾ ਰੋਜ਼ੀ ਇਕੱਠੀ ਕਰਕੇ ਮੌਜਾਂ ਲੁੱਟੋ। ਤੇ ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।